ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਰਾਜੇ ਕਲਾਸ ਕਰੰਟ ਅਫੇਅਰ ਦੀ। ਥੋੜਾ ਜਿਹਾ ਗੈਪ ਪੈ ਗਿਆ ਸੀ ਆਪਣਾ, ਤਾਂ ਟਾਈਮ ਦੀ ਪ੍ਰੋਬਲਮ ਆ, ਥੋੜਾ ਜਿਹਾ ਐਡਜਸਟ ਕਰ ਲਿਆ ਕਰੋ ਰਾਜੇ। ਇਹਦੇ ਵਿੱਚ ਆਪਾਂ ਕਵਰ ਕਰਾਂਗੇ 13 14 ਦੇ ਕਰੰਟ ਅਫੇਅਰ। 15 ਦੇ ਹਜੇ ਮੈਂ ਕਵਰ ਨਹੀਂ ਕਰ ਰਿਹਾ, ਇਹਦੇ ਵਿੱਚ ਲਿਖਿਆ ਜ਼ਰੂਰ ਹੈ ਬਟ 13 14 ਦੇ ਕਵਰ ਕਰ ਰਹੇ ਹਾਂ। 15 ਦੇ ਆਪਾਂ ਕਰ ਦਾਂਗੇ ਕਵਰ ਕੱਲ ਦੇ ਵਿੱਚ, ਠੀਕ ਹੈ ਜੀ। 13 ਤੇ 14 ਦੇ ਕਵਰ ਕਰਨ ਜਾ ਰਹੇ ਹਾਂ, ਤਾਂ ਪਲੀਜ਼ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਕਾਫੀ ਮਿਹਨਤ ਲੱਗਦੀ ਹੈ ਬੇਟੇ, ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਓਕੇ ਹੈ ਜੀ। ਤਾਂ ਬਹੁਤ ਵਧੀਆ ਕਰੰਟ ਅਫੇਅਰ ਚੁਣ ਕੇ ਲੈ ਕੇ ਆਉਣਾ ਤੁਹਾਡੇ ਵਾਸਤੇ, ਬੈਸਟ ਤੋਂ ਬੈਸਟ, ਤੇ ਇਹਨੂੰ ਧਿਆਨ ਦੇ ਨਾਲ ਪੜ੍ਹਨੇ ਆ, ਤੇ ਇਹਦੇ ਨਾਲ ਜਿਹੜੇ ਹੋਰ ਫੈਕਟ ਹੁੰਦੇ ਆ ਉਹ ਵੀ ਯਾਦ ਰੱਖਿਓ। ਤਾਂ ਫਸਟ ਰਾਜੇ ਜਿਹੜਾ ਰੀਸੈਂਟਲੀ ਬਹੁਤ ਨਿਊਜ਼ ਦੇ ਵਿੱਚ ਹੈ ਤੇ ਕਾਫੀ ਇਹਦੇ ਪਿੱਛੇ ਹੰਗਾਮਾ ਹੋਇਆ, ਕਹਿੰਦਾ ਜੀ ਰੀਸੈਂਟਲੀ ਹੂ ਹੈਜ਼ ਵੋਨ ਦਾ ਬੰਗਾਲ ਲਿਟਰੇਚਰ ਅਵਾਰਡ 2022। ਤਾਂ ਕਹਿੰਦਾ ਜੀ ਹਾਲ ਹੀ ਦੇ ਵਿੱਚ ਬੰਗਾਲ ਸਾਹਿਤ ਪੁਰਸਕਾਰ ਕਿਸ ਨੇ ਜਿੱਤਿਆ। ਤਾਂ ਜਿਹੜਾ ਇਹ ਜਿੱਤਿਆ ਰਾਜੇ, ਇਹ ਜਿੱਤਿਆ ਜੀ ਮਮਤਾ ਬੈਨਰਜੀ ਨੇ, ਠੀਕ ਹੈ ਜੀ। ਮਮਤਾ ਬੈਨਰਜੀ ਉੱਥੋਂ ਦੀ ਕੀ ਹੈ ਤੁਹਾਨੂੰ ਪਤਾ ਹੀ ਹੈ, ਮੁੱਖ ਮੰਤਰੀ ਹੈ। ਤੇ ਇਹ ਠੀਕ ਹੈ ਜੀ, ਇਹਨਾਂ ਦੀ ਜਿਹੜੀ ਪਾਰਟੀ ਹੈ, ਪਾਰਟੀ ਵੀ ਯਾਦ ਰੱਖਣੀ ਰਾਜੇ। ਪਾਰਟੀ ਕਿਹੜੀ ਹੈ? ਤ੍ਰਿਣਮੂਲ ਕਾਂਗਰਸ ਹੈ ਇਹਨਾਂ ਦੀ, ਤ੍ਰਿਣਮੂਲ ਕਾਂਗਰਸ, ਠੀਕ ਹੈ ਜੀ। ਇਹ ਸਾਰਾ ਕੁਝ ਯਾਦ ਰੱਖਣਾ। ਤੇ ਇਹਨਾਂ ਨੂੰ ਮਿਲਿਆ ਜੀ ਅਵਾਰਡ। ਇਹ ਅਵਾਰਡ ਕੀ ਹੈ ਜੀ ਰਾਜੇ, ਜਿਹੜਾ ਇਹ ਬੰਗਾਲ ਲਿਟਰੇਚਰ ਅਵਾਰਡ ਹੈ, ਇਹ ਆਪਣੇ ਜਿਹੜੇ ਰਵਿੰਦਰਨਾਥ ਟੈਗੋਰ ਜੀ ਉਹਨਾਂ ਦੀ 161ਵੀਂ ਬਰਥ ਐਨੀਵਰਸਰੀ ਤੇ ਸਟਾਰਟ ਕੀਤਾ ਜੀ। ਇਹ ਕਹਿੰਦੇ ਜੀ 3 ਸਾਲਾਂ ਦੇ ਵਿੱਚ ਇੱਕ ਵਾਰੀ ਦਿੱਤਾ ਜਾਊਗਾ, ਤੇ ਪਹਿਲੀ ਵਾਰੀ ਕਿਹਨੂੰ ਦਿੱਤਾ ਜੀ? ਇਹਨਾਂ ਨੇ ਮਮਤਾ ਬੈਨਰਜੀ ਨੂੰ। ਤੇ ਇਹਦੇ ਕਰਕੇ ਪੰਗਾ ਖੜਾ ਹੋ ਗਿਆ, ਲੋਕ ਕਾਫੀ ਇਹਨਾਂ ਦੇ ਵਰਖਲਾਫ ਹੋ ਗਏ ਹੈ। ਆਹ ਜਿਹੜੀ ਲੇਡੀ ਹੈ ਰਤਨਾ ਰਸ਼ੀਦ ਬੈਨਰਜੀ, ਰਤਨਾ ਰਸ਼ੀਦ ਬੈਨਰਜੀ ਨੇ ਆਪਣਾ ਕੋਈ ਅਵਾਰਡ ਵੀ ਵਾਪਸ ਕਰਤਾ ਇਸ ਚੱਕਰ ਦੇ ਵਿੱਚ। ਇਹ ਕਹਿੰਦੇ ਆ ਜੀ ਇਨਸਲਟ ਹੋਈ ਹੈ ਆਥਰ ਦੀ, ਕਿਉਂਕਿ ਮਮਤਾ ਬੈਨਰਜੀ ਕੋਈ ਰਾਈਟਰ ਨਹੀਂ ਹੈਗੇ ਕਿ ਜਿਨ੍ਹਾਂ ਨੂੰ ਤੁਸੀਂ ਇਹ ਅਵਾਰਡ ਦਿਓ, ਕਿਉਂਕਿ ਇਹਨਾਂ ਦੀ ਹੀ ਪਾਰਟੀ ਨੇ ਸ਼ੁਰੂ ਕੀਤਾ ਤੇ ਇਹਨਾਂ ਦੇ ਪਾਰਟੀ ਨੇ ਇਹਨਾਂ ਨੂੰ ਦੇਤਾ। ਤਾਂ ਕਹਿਣ ਦਾ ਮਤਲਬ ਕੀ ਹੈ? ਅੰਨਾ ਵੰਡੇ ਰੇੜੀਆਂ ਤੇ ਮੁੜ ਆਪਣਿਆਂ ਨੂੰ ਦੇਵੇ, ਹਨਾ, ਸੁਣੀ ਹੋਈ ਨਾ ਕਹਾਵਤ। ਉਹ ਕਹਾਵਤ ਇਹਨਾਂ ਨੇ ਸ਼ੁਰੂ ਕਰਤੀ ਤੇ ਇਹਨਾਂ ਨੇ ਆਪਣਾ ਕੀ ਅਵਾਰਡ ਵਾਪਸ ਕਰਤਾ। ਪਰ ਹਾਲ ਹੀ ਇਹ ਨਹੀਂ ਕਹਿ ਸਕਦੇ ਕਿ ਮਮਤਾ ਬੈਨਰਜੀ ਨੇ ਬਿਲਕੁਲ ਫ੍ਰੀ ਦੇ ਵਿੱਚ ਅਵਾਰਡ ਲਿਆ, ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਤੇ ਇਹਨਾਂ ਦੀ ਇੱਕ ਬਹੁਤ ਅੱਛੀ ਕਿਤਾਬ ਵੀ ਆਈ ਹੈ ਜਿਹਦੇ ਵਿੱਚ ਕਾਫੀ ਸਾਰੀਆਂ ਪੋਇਮਸ ਇਹਨਾਂ ਨੇ ਐਡ ਕੀਤੀਆਂ। ਬਟ ਗੱਲ ਇਹ ਹੋ ਗਈ ਵੀ ਜਦੋਂ ਇਹਨਾਂ ਦੀ ਪਾਰਟੀ ਨੇ ਇਹਨਾਂ ਨੂੰ ਦਿੱਤਾ ਤਾਂ ਉਹ ਚੱਕਰ ਪੈ ਗਿਆ। ਤਾਂ ਯਾਦ ਰੱਖਿਓ, ਕਾਫੀ ਵਾਇਰਲ ਹੋ ਰਹੀ ਹੈ ਨਿਊਜ਼, ਇਸ ਕਰਕੇ ਇਹ ਤੁਹਾਨੂੰ ਪੁੱਛੀ ਜਾ ਸਕਦੀ ਹੈ। ਤਾਂ ਇਹ ਹੈਗਾ ਜੀ ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ ਇਹਨਾਂ ਦੀ ਕੀ ਹੈ, ਪਾਰਟੀ ਹੈ। ਤੇ ਮੁੱਖ ਮੰਤਰੀ ਕਿੱਥੋਂ ਦੇ ਨੇ? ਇਹ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਮਮਤਾ ਬੈਨਰਜੀ, ਠੀਕ ਹੈ ਜੀ। ਤਾਂ ਇਹਨਾਂ ਨੂੰ ਕੀ ਇੱਕ ਬੰਗਲਾ ਅਕੈਡਮੀ ਅਵਾਰਡ ਵੀ ਮਿਲਿਆ ਹੋਇਆ ਉਹਨਾਂ ਦੇ ਨਿਰੰਤਰ ਸਾਹਿਤ ਖੋਜ ਕਰਕੇ, ਠੀਕ ਹੈ ਜੀ। ਇਹ ਮਤਲਬ ਕਿ ਲਿਟਰੇਚਰ ਦੇ ਵਿੱਚ ਆਲਰੇਡੀ ਹੈਗੇ ਨੇ। ਤਾਂ ਕਹਿੰਦੇ ਜੀ ਸਾਹਿਤ ਅਕਾਦਮੀ ਦੁਆਰਾ ਵੀ ਇਹਨਾਂ ਨੂੰ ਇਸ ਸਾਲ ਪੇਸ਼ ਕੀਤਾ ਗਿਆ ਪੁਰਸਕਾਰ ਬੈਨਰਜੀ ਨੂੰ। ਕਹਿੰਦਾ ਉਹਨਾਂ ਦੀ ਕਿਤਾਬ ਜਿਹੜੀ ਹੈਗੀ ਹੈ ਕਵਿਤਾ ਬੀਤਨ, ਠੀਕ ਹੈ ਜੀ। ਇਹ ਯਾਦ ਰੱਖ ਲਿਓ, ਉਹਨਾਂ ਦੀ ਕਿਤਾਬ ਹੈ ਕਵਿਤਾ ਬਤਨ, ਬੀਤਨ ਕਹਿ ਦਿੰਦੇ ਆ, ਠੀਕ ਹੈ ਜੀ। ਉਹਦੇ ਵਾਸਤੇ ਵੀ ਇਹਨਾਂ ਨੂੰ ਮਿਲਿਆ ਅਵਾਰਡ, ਕਿਹਦੇ ਵੱਲੋਂ? ਸਾਹਿਤ ਅਕਾਦਮੀ ਅਵਾਰਡ ਵੱਲੋਂ, ਠੀਕ ਹੈ ਜੀ। ਤਾਂ ਕਹਿੰਦੇ ਜੀ ਕਵਿਤਾ ਬੀਤਨ ਜਿਹੜੀ ਕਿਤਾਬ ਹੈਗੀ ਹੈ ਰਾਜੇ, ਉਹ ਕਿਹੜੀ ਕੋਲਕਾਤਾ ਪੁਸਤਕ ਮੇਲੇ ਵਿੱਚ ਲਾਂਚ ਕੀਤੀ ਸੀਗੀ, ਠੀਕ ਹੈ, ਜਿਹਦੇ ਵਿੱਚ 946 ਕਵਿਤਾਵਾਂ ਲਿਖੀਆਂ ਗਈਆਂ। ਪਰ ਕਹਿੰਦੇ ਜੀ ਮਮਤਾ ਬੈਨਰਜੀ ਨੇ ਇਹ ਪੁਰਸਕਾਰ ਜਿਹੜਾ ਹੈਗਾ ਖੁਦ ਸਵੀਕਾਰ ਨਹੀਂ ਕੀਤਾ। ਕਿਹਨੇ ਸਵੀਕਾਰ ਕੀਤਾ? ਜਿਹੜੇ ਉੱਥੋਂ ਦੇ ਸਿੱਖਿਆ ਮੰਤਰੀ ਹੈ ਬਿਤਰਾ ਬਾਸੂ, ਠੀਕ ਹੈ, ਬ੍ਰਿਤੀਆ ਬਾਸੂ, ਠੀਕ ਹੈ। ਯਾਦ ਰੱਖ ਲਿਓ ਸਿੱਖਿਆ ਮੰਤਰੀ ਨੇ, ਕਿਉਂਕਿ ਇਹ ਪੁੱਛਿਆ ਜਾ ਸਕਦਾ ਹੈ। ਪਰ ਇਹਨਾਂ ਦੇ ਵਰਖਲਾਫ ਹੋ ਗਏ ਨੇ ਕੌਣ ਜੀ? ਤੁਹਾਨੂੰ ਮੈਂ ਦੱਸਦੀ, ਲੇਡੀਜ਼ ਹੈ ਰਤਨਾ ਰਸ਼ੀਦ ਬੈਨਰਜੀ। ਤਾਂ ਯਾਦ ਰੱਖ ਲਿਓ, ਬਹੁਤ ਇੰਪੋਰਟੈਂਟ ਸੀਗਾ। ਨੈਕਸਟ ਚੱਲਦੇ ਹਾਂ ਜੀ। ਕਹਿੰਦਾ which is the first Asian country to join NATO to the cyber defense group। NATO ਤੁਹਾਨੂੰ ਪਤਾ ਹੀ ਹੈ, ਠੀਕ ਹੈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਠੀਕ ਹੈ ਜੀ। ਇਹਦੇ ਨੂੰ ਜੁਆਇਨ ਕੀਤਾ ਕਿਹਨੇ? ਹਾਲੇ ਕਿਸੇ ਦੇਸ਼ ਨੇ ਜੁਆਇਨ ਕੀਤਾ। ਉਹ ਦੇਸ਼ ਕਿਹੜਾ ਹੈਗਾ ਰਾਜੇ? ਸਾਊਥ ਕੋਰੀਆ। ਕਿਹੜਾ ਦੇਸ਼ ਹੈ ਜੀ? ਸਾਊਥ ਕੋਰੀਆ ਰਾਜੇ। ਤੇ ਇਹਦੇ ਵਿੱਚ ਕੀ ਸੀਗਾ? ਕਹਿੰਦੇ ਜੀ ਸਾਊਥ ਕੋਰੀਆ ਕਹਿੰਦਾ ਬਿਕਮ ਦਾ ਫਸਟ ਏਸ਼ੀਅਨ ਕੰਟਰੀ। ਜਦੋਂ ਫਸਟ ਚੀਜ਼ ਬਣ ਜਾਂਦੀ ਹੈ ਨਾ, ਉਹ ਮਹੱਤਵਪੂਰਨ ਹੋ ਜਾਂਦੀ ਹੈ ਕਿਸੇ ਵੀ ਐਗਜ਼ਾਮ ਵਾਸਤੇ। ਫਸਟ ਏਸ਼ੀਅਨ ਕੰਟਰੀ ਬਣੀ ਹੈ ਜਿਹਨੇ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਨੂੰ, ਕਹਿੰਦਾ ਜੀ ਸਾਈਬਰ ਡਿਫੈਂਸ ਸੈਂਟਰ ਨੂੰ ਕੀ ਕੀਤਾ? ਜੁਆਇਨ ਕਰ ਲਿਆ, ਠੀਕ ਹੈ ਜੀ। ਤਾਂ ਕਹਿੰਦਾ ਜੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਕੀ ਹੈ ਜੀ? ਕਹਿੰਦਾ ਆਲਸੋ ਕਾਲਡ ਦਾ ਨਾਰਥ ਐਟਲਾਂਟਿਕ ਅਲਾਈਅੰਸ ਵੀ ਕਹਿ ਦਿੰਦੇ ਆ ਇਹਨੂੰ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈ? ਇੱਕ ਮਿਲਟਰੀ ਅਲਾਈਅੰਸ ਹੈ ਬਿਟਵੀਨ 30 ਮੈਂਬਰ ਸਟੇਟ, 30 ਸਟੇਟਾਂ ਦੇ ਵਿੱਚ, ਜਿਹਦੇ ਵਿੱਚ 28 ਕੀ ਨੇ? ਯੂਰਪੀਅਨ ਸਟੇਟਸ ਨੇ। ਤੇ 1949 ਦੇ ਵਿੱਚ ਇਹਨੂੰ ਕੀ ਕੀਤਾ ਗਿਆ ਸੀਗਾ? ਐਸਟੈਬਲਿਸ਼ ਕੀਤਾ ਗਿਆ ਸੀ। ਤਾਂ ਹੈੱਡਕੁਆਟਰ ਪੁੱਛਿਆ ਜਾ ਸਕਦਾ ਤੁਹਾਨੂੰ ਨਾਟੋ ਦਾ। ਨਾਟੋ ਕਿਉਂਕਿ ਹੁਣੇ ਨਿਊਜ਼ ਦੇ ਵਿੱਚ ਰਹੀ ਹੈ ਰਸ਼ੀਆ ਯੂਕਰੇਨ ਦੀ ਲੜਾਈ ਕਰਕੇ। ਤਾਂ ਇਹਦਾ ਜਿਹੜਾ ਹੈੱਡਕੁਆਟਰ ਹੈਗਾ ਬਰੂਜ਼ੂਲ, ਠੀਕ ਹੈ, ਬ੍ਰਾਜ਼ੀਲ ਬੈਲਜੀਅਮ ਦੇ ਵਿੱਚ ਪੈਂਦਾ ਜੀ। ਇਹ ਯਾਦ ਰੱਖ ਲਿਓ, ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਕਿਹੜੀ ਹੈ ਜੀ? ਸਾਊਥ ਕੋਰੀਆ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਵਿਚ ਹੈਜ਼ ਬਿਕਮ ਦਾ ਫਸਟ ਇੰਡੀਅਨ ਟੂ ਸਿਕਿਉਰ ਪੋਡੀਅਮ ਫਿਨਿਸ਼ ਐਟ ਦਾ ਥਾਈਲੈਂਡ ਟੈਲੈਂਟ ਕੱਪ, ਠੀਕ ਹੈ ਜੀ। ਪੋਡੀਅਮ ਫਿਨਿਸ਼ ਦਾ ਮਤਲਬ ਹੁੰਦਾ ਕਿ ਉਹ ਕੱਪ ਨੂੰ ਫਿਨਿਸ਼ ਕਰਨ ਵਾਲਾ ਪਹਿਲਾ ਭਾਰਤੀ ਮੁੰਡਾ ਕੌਣ ਹੈ? ਤਾਂ ਉਹ ਪਹਿਲਾ ਭਾਰਤੀ ਮੁੰਡਾ ਬਣ ਗਿਆ ਜੀ, ਬਹੁਤ ਛੋਟੀ ਉਮਰ ਦਾ ਬੱਚਾ ਹੈ, ਤੇ ਉਹ ਹੈਗਾ ਜੀ ਸਾਰਥਿਕ ਚਵਨ, ਠੀਕ ਹੈ ਜੀ। ਇਹ ਪੁਣੇ ਦਾ ਰਹਿਣ ਵਾਲਾ ਬੱਚਾ,
ठीक है जी। ਇਹਨੇ ਪਹਿਲਾ ਭਾਰਤੀ ਬਣਿਆ ਜਿਹਨੇ ਕਿ ਥਾਈਲੈਂਡ ਟੈਲੈਂਟ ਕੱਪ ਜਿੱਤ ਲਿਆ। ਤੇ ਇਹ ਕਿਹੜੀ ਮੋਟਰਸਾਈਕਲ ਚਲਾਉਂਦਾ ਰਾਜੇ? ਇਹ ਮੋਟਰਸਾਈਕਲ ਚਲਾਉਂਦਾ ਹੈ ਹੋਂਡਾ। ਠੀਕ ਹੈ ਜੀ, ਹੋਂਡਾ ਚਲਾਉਂਦਾ। ਇਹ ਪੁੱਛਿਆ ਜਾ ਸਕਦਾ ਤੁਹਾਨੂੰ, ਇਹ ਕਿਹੜੀ ਮੋਟਰਸਾਈਕਲ ਚਲਾਉਂਦਾ ਹੈ? ਹੋਂਡਾ ਚਲਾਉਂਦਾ ਜੀ। ਉਮਰ ਹੈਗੀ ਲਗਭਗ ਇਹਦੀ 15 ਸਾਲ। ਠੀਕ ਹੈ। ਤੇ ਇਹ ਕਿੱਥੋਂ ਦਾ ਰਹਿਣ ਵਾਲਾ ਹੈਗਾ ਰਾਜੇ? ਪੁਣੇ ਦਾ ਰਹਿਣ ਵਾਲਾ ਤੇ ਫਸਟ ਇੰਡੀਅਨ ਬਣਿਆ। ਤਾਂ ਇਹਨੇ ਜਿੱਤ ਲਿਆ ਜੀ ਥਾਈਲੈਂਡ ਟੈਲੈਂਟ ਕੱਪ ਪੋਡੀਅਮ। ਤੇ ਇਹਨੇ ਜੇ ਫਿਨਿਸ਼ ਕੀਤਾ ਇਹ ਜਿਹੜਾ ਫਾਈਨਲ ਰਾਊਂਡ, ਤੇ ਇਹ ਜਿੱਤ ਚੁੱਕਿਆ ਮੁੰਡਾ। ਤਾਂ ਯਾਦ ਰੱਖ ਲਿਓ, ਸਾਰਥਿਕ ਚਵਨ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਕੰਟਰੀ ਕਨਫਰਡ ਇਟਸ ਫਸਟ ਐਵਰ ਕੇਸ ਆਫ ਦਾ ਕੋਵਿਡ-19। ਉਹ ਕੰਟਰੀ ਹੈ ਜੀ ਜਿਹਦੇ ਹੁਣ ਤੱਕ 2019 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਕਰੋਨਾ ਦੇ ਕੇਸ ਆਏ ਉਹਦੇ ਵਿੱਚ ਕੋਈ ਕੇਸ ਨਹੀਂ ਆਇਆ। ਸਭ ਤੋਂ ਪਹਿਲਾ ਕੇਸ ਆਇਆ ਉਸ ਕੰਟਰੀ ਦੇ ਵਿੱਚ, ਸਭ ਤੋਂ ਪਹਿਲਾ ਕੇਸ ਆਇਆ ਇੰਨੇ ਸਾਲਾਂ ਦੇ ਵਿੱਚ। ਬਟ ਪਹਿਲਾ ਕੇਸ ਆਉਣ ਦੇ ਨਾਲ ਹੀ ਉਹਨਾਂ ਨੇ ਕੀ ਕਰਤਾ? ਨੈਸ਼ਨਲ ਵਾਈਡ ਕੋਵਿਡ ਲੋਕਡਾਊਨ ਕਰਤਾ। ਤਾਂ ਉਹ ਕਿਹੜੀ ਕੰਟਰੀ ਆ ਜਿਹਨੇ ਬਈ ਲੋਕਡਾਊਨ ਕਰਤਾ ਪਹਿਲਾ ਕੇਸ ਆਉਣ ਦੇ ਨਾਲ ਹੀ? ਤਾਂ ਤੁਹਾਨੂੰ ਪਤਾ ਹੀ ਆ, ਤੁਸੀਂ ਜਾਣਦੇ ਹੋਵੋਗੇ, ਨਾਰਥ ਕੋਰੀਆ। ਜਿੱਥੇ ਬਹੁਤ ਸਖਤ ਰੂਲ ਨੇ ਰਾਜੇ, ਉੱਥੇ ਹੱਸਣਾ ਵੀ ਮਨਾ ਹੈ, ਰੋਣਾ ਵੀ ਮਨਾ ਹੈ, ਹਨਾ? ਤੁਸੀਂ ਸੁਣਦੇ ਹੀ ਹੋਵੋਗੇ ਨਿਊਜ਼ ਦੇ ਵਿੱਚ। ਤਾਂ ਨਾਰਥ ਕੋਰੀਆ ਨੂੰ ਕਹਿ ਦਿੰਦੇ ਆ ਜੀ ਉੱਤਰੀ ਕੋਰੀਆ। ਤਾਂ ਉੱਥੇ ਆਇਆ ਜੀ ਪਹਿਲਾ ਕੋਵਿਡ ਦਾ ਕੇਸ। ਤੇ ਆਹ ਬੰਦਾ ਹੈ ਜੀ ਉੱਥੇ ਜਿਹੜਾ ਰੂਲ ਕਰਦਾ ਹੈ। ਠੀਕ ਹੈ ਜੀ। ਤਾਂ ਉੱਤਰ ਕੋਰੀਆ ਦੇ ਜਿਹੜੇ ਨੇਤਾ ਹੈਗੇ ਆ, ਕਿਮ ਜੋਂਗ ਉਨ। ਕਿਮ ਜੋਂਗ ਉਨ ਇਹਨਾਂ ਦਾ ਨਾਮ ਹੈ। ਇਹਨਾਂ ਨੇ ਵੀ ਕੋਵਿਡ-19 ਕਰਕੇ ਪਹਿਲਾ ਕੇਸ ਆਉਣ ਦੇ ਨਾਲ ਹੀ ਕੀ ਕਰਤੀ ਹੈ? ਦੇਸ਼ ਦੇ ਵਿੱਚ ਤਾਲਾਬੰਦੀ ਕਰਤੀ ਹੈ, ਲੋਕਡਾਊਨ ਕਰਤਾ ਹੈ। ਤਾਂ ਕੈਪੀਟਲ ਕਿਹੜੀ ਹੈ ਜੀ? ਸਾਊਥ ਕੋਰੀਆ ਦੀ। ਠੀਕ ਹੈ ਜੀ। ਉੱਤਰੀ ਕੋਰੀਆ ਦੀ ਕੈਪੀਟਲ ਕਿਹੜੀ ਹੈ? ਨਾਰਥ ਕੋਰੀਆ ਦੀ, ਸੌਰੀ ਸਾਊਥ ਕੋਰੀਆ ਮੂੰਹ ਚ ਬੋਲਿਆ ਗਿਆ। ਉੱਤਰੀ ਕੋਰੀਆ ਦੀ ਜਿਹੜੀ ਕੈਪੀਟਲ ਹੈਗੀ ਆ ਪਿਓਂਗਯਾਂਗ। ਪਿਓਂਗਯਾਂਗ। ਠੀਕ ਹੈ ਜੀ, ਯਾਦ ਰੱਖ ਲਿਓ, ਇਦਾਂ ਦੇ ਨਾਮ ਆ ਥੋੜੇ ਜਿਹੇ। ਤਾਂ ਅੱਗੇ ਚੱਲਦੇ ਆ ਜੀ, ਆਪਾਂ ਕਹਿੰਦਾ ਜੀ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਲਾਡਲੀ ਲక్ష్ਮੀ ਯੋਜਨਾ 2.0। ਠੀਕ ਹੈ, ਸੈਕੰਡ ਵਰਜ਼ਨ ਆਇਆ ਇਹਦਾ। ਲਾਡਲੀ ਲక్ష్ਮੀ ਯੋਜਨਾ ਲਾਂਚ ਕੀਤੀ ਹੈ, ਕਿਹੜੀ ਸਰਕਾਰ ਨੇ ਕੀਤੀ ਹੈ ਰਾਜੇ? ਤਾਂ ਇਹ ਕੀਤੀ ਹੈ ਜੀ ਤੁਹਾਡੀ ਮੱਧ ਪ੍ਰਦੇਸ਼ ਸਰਕਾਰ ਨੇ। ਸ਼ਿਵਰਾਜ ਚੌਹਾਨ ਜੀ ਮੁੱਖ ਮੰਤਰੀ ਨੇ ਉੱਥੇ। ਮੱਧ ਪ੍ਰਦੇਸ਼ ਸਰਕਾਰ ਨੇ ਲਾਂਚ ਕੀਤੀ ਹੈ ਲਾਡਲੀ ਲక్ష్ਮੀ ਯੋਜਨਾ। ਬਹੁਤ ਵਧੀਆ ਯੋਜਨਾ ਰਾਜੇ, ਕੁੜੀਆਂ ਵਾਸਤੇ ਹੈ। ਇਹ ਪਹਿਲਾਂ 2007 ਦੇ ਵਿੱਚ ਲਾਂਚ ਕੀਤੀ ਸੀ, ਹੁਣ ਦੁਬਾਰਾ ਲਾਂਚ ਕੀਤੀ ਹੈ। ਤੇ ਇਹ ਹੈਗੇ ਨੇ ਜੀ ਸ਼ਿਵਰਾਜ ਚੌਹਾਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ। ਠੀਕ ਹੈ ਜੀ। ਇਹਦੇ ਵਿੱਚ ਕੀ ਕਹਿੰਦੇ ਆ ਜੀ? ਕਹਿੰਦੇ ਮੱਧ ਪ੍ਰਦੇਸ਼ ਦੇ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲਾਡਲੀ ਲక్ష్ਮੀ ਸਕੀਮ 2.0 ਦੀ ਸ਼ੁਰੂਆਤ ਕਰਦੇ ਹੋਏ ਐਲਾਨ ਕੀਤਾ ਵੀ ਜੇਕਰ ਉਹ ਮੈਡੀਕਲ IIT IIM ਜਾਂ ਕਿਸੇ ਵੀ ਸੰਸਥਾ ਵਿੱਚ ਦਾਖਲਾ ਲੈਂਦੀ ਹੈ ਤਾਂ ਪੂਰੀ ਫੀਸ ਕੌਣ ਦਊਗੀ? ਰਾਜ ਸਰਕਾਰ ਦਊਗੀ। ਬਹੁਤ ਵਧੀਆ ਯੋਜਨਾ ਹੈ, ਬਹੁਤ ਵਧੀਆ ਇਨੀਸ਼ੀਏਟਿਵ ਲਿਆ ਇਹਨਾਂ ਨੇ ਕੁੜੀਆਂ ਦੀ ਪੜ੍ਹਾਈ ਵਾਸਤੇ। ਅੱਗੇ ਗੱਲ ਕਰਦੇ ਹਾਂ ਜੀ, ਜਿਹੜੀ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਚੀਫ ਮਿਨਿਸਟਰ ਰਹੇ ਨੇ ਉਹ ਹੈਗੇ ਨੇ ਸ਼ਿਵਰਾਜ ਸਿੰਘ ਚੌਹਾਨ। ਉਹਨਾਂ ਨੇ ਲਾਂਚ ਕੀਤਾ ਰਾਜੇ ਇਹ ਸਕੀਮ। ਤੇ ਇਹਦੇ ਵਿੱਚ ਜਿਹੜਾ ਇਨਕਰਜ ਕਰਦੇ ਆਪਾਂ ਗਰਲ ਚਾਈਲਡ ਨੂੰ ਕਿ ਤੂੰ ਹਾਇਰ ਐਜੂਕੇਸ਼ਨ ਵਾਸਤੇ ਪੜ੍ਹੇ, ਸੈਲਫ ਡਿਪੈਂਡੈਂਟ ਹੋਵੇ ਉਹ ਬੱਚਾ। ਤੇ ਪਹਿਲੀ ਜਿਹੜੀ ਸਕੀਮ ਸੀ ਰਾਜੇ 2007 ਦੇ ਵਿੱਚ ਸ਼ੁਰੂ ਕੀਤੀ ਸੀ। ਹੁਣ ਕੀ ਹੈ? 2.0 ਵਰਜ਼ਨ ਆ ਗਿਆ ਇਹਦਾ ਨੈਕਸਟ। ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿਹੜੀ ਕਿਹੜੀ ਚੀਜ਼ ਹੁੰਦੀ ਹੈ। ਤਾਂ ਅਗਰ ਇਹ 'ਚ ਮੈਂ ਗੱਲ ਕਰਾਂ ਰਾਜੇ, ਜੇ ਕੁੜੀ ਕੋਈ 6th ਕਲਾਸ ਦੇ ਵਿੱਚ ਪੜ੍ਹਦੀ ਹੈ ਤਾਂ ਉਹਨੂੰ 2000 ਰੁਪਏ ਦਿੱਤਾ ਜਾਊਗਾ, ਵਨ ਟਾਈਮ ਦਿੱਤਾ ਜਾਊਗਾ 2000 ਰੁਪਈਆ। ਠੀਕ ਹੈ। ਜੇ ਕੋਈ ਕੁੜੀ 9th ਕਲਾਸ ਦੇ ਵਿੱਚ ਪੜ੍ਹਦੀ ਉਹਨੂੰ 4000 ਰੁਪਏ ਦਿੱਤਾ ਜਾਊਗਾ। ਜੇ ਕੋਈ 11ਵੀਂ ਕਲਾਸ ਦੇ ਵਿੱਚ ਪੜ੍ਹਦੀ ਉਹਨੂੰ 7500 ਰੁਪਏ ਦਿੱਤਾ ਜਾਊਗਾ। ਪਰ ਜੇ ਕੋਈ ਕੁੜੀ 12th ਦੇ ਵਿੱਚ ਜਾਂਦੀ ਹੈ ਤਾਂ ਉਹਨੂੰ 200 ਰੁਪਈਆ ਪਰ ਮੰਥ ਦਿੱਤਾ ਜਾਊਗਾ। ਠੀਕ ਹੈ। ਤਾਂ 2400 ਰੁਪਈਆ ਹੋ ਗਿਆ, 200 ਰੁਪਈਆ ਪਰ ਮੰਥ ਦਿੱਤਾ ਜਾਊਗਾ। ਬਟ ਇਸ ਤੋਂ ਇਲਾਵਾ ਅਗਰ ਕੁੜੀ ਹਾਇਰ ਐਜੂਕੇਸ਼ਨ ਵਾਸਤੇ, ਜਿਵੇਂ ਕਿਸੇ ਵੀ ਹਾਇਰ ਐਜੂਕੇਸ਼ਨ ਵਾਸਤੇ ਜਾਂਦੀ ਹੈ, ਠੀਕ ਹੈ, ਜਾਂ ਫਿਰ ਕਹਿੰਦਾ ਉਹਦੀ ਮੈਰਿਜ ਹੋ ਜਾਂਦੀ ਹੈ, ਜਾਂ ਤਾਂ ਐਜੂਕੇਸ਼ਨ ਵਿੱਚ ਜਾਂਦੀ ਹੈ ਜਾਂ ਫਿਰ ਉਹਦੇ ਵਿਆਹ ਹੋ ਜਾਂਦਾ ਹੈ, ਪਰ ਉਹਦੇ ਵਾਸਤੇ ਉਮਰ ਘੱਟੋ ਘੱਟ 21 ਸਾਲ ਹੋਵੇ, ਤਾਂ ਉਹਨੂੰ 1 ਲੱਖ ਰੁਪਏ ਦਿੱਤਾ ਜਾਊਗਾ। ਠੀਕ ਹੈ ਜੀ। ਇਹ ਸਾਰੀਆਂ ਜਿਹੜੀ ਸਕੀਮ ਹੈਗੀ ਰਾਜੇ, ਇਹ ਪੁੱਛੀ ਜਾ ਸਕਦੀ ਹੈ, ਲੇਕਿਨ ਇੰਨਾ ਡਿਟੇਲ 'ਚ ਜਾਂਦੇ ਨਹੀਂਗੇ ਪੰਜਾਬ ਦੇ ਵਿੱਚ, ਬਟ ਮੈਂ ਤੁਹਾਨੂੰ ਦੱਸਤਾ। ਤੇ ਨਾਲ ਤੁਸੀਂ ਯਾਦ ਰੱਖਣਾ ਜੀ, ਮੱਧ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ? ਭੋਪਾਲ। ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਕੌਣ ਨੇ? ਮੰਗੂ ਭਾਈ ਸੀ ਪਟੇਲ। ਤੇ ਮੁੱਖ ਮੰਤਰੀ ਤੁਹਾਨੂੰ ਮੈਂ ਦੱਸ ਦਿੱਤਾ ਸ਼ਿਵਰਾਜ ਸਿੰਘ ਚੌਹਾਨ। ਤਾਂ ਸਾਰਾ ਕੁਝ ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ ਜੀ, ਰੀਸੈਂਟਲੀ ਕਹਿੰਦਾ ਹੂ ਹੈਜ਼ ਲਾਂਚਡ ਕਲਮ ਵੈਬਸਾਈਟ। ਕਲਮ ਵੈਬਸਾਈਟ ਕੀ ਹੈ? ਇੱਕ ਭਾਸ਼ਾ ਨੂੰ ਅੱਗੇ ਵਧਾਉਣ ਵਾਸਤੇ ਰਾਜੇ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ। ਇਹ ਕਿਹਨੇ ਲਾਂਚ ਕੀਤੀ ਹੈ ਰਾਜੇ? ਇਹ ਕੀਤੀ ਹੈ ਜੀ ਓਮ ਬਿਰਲਾ ਨੇ। ਓਮ ਬਿਰਲਾ ਕੌਣ ਨੇ ਰਾਜੇ? ਓਮ ਬਿਰਲਾ ਕੌਣ ਨੇ? ਸਪੀਕਰ ਨੇ। ਠੀਕ ਹੈ ਜੀ। ਆਪਣੇ ਕਿਹਦੇ ਸਪੀਕਰ ਨੇ ਰਾਜੇ? ਇਹ ਆਪਣੀ ਜਿਹੜੀ ਹੈਗੀ ਆ ਇਹ ਲੋਕ ਸਭਾ ਦੇ ਸਪੀਕਰ ਨੇ। ਠੀਕ ਹੈ ਜੀ। ਇਸ ਤੋਂ ਇਲਾਵਾ ਇੱਥੇ ਮੈਂ ਲਿਖ ਦਿੰਦਾ ਲੋਕ ਸਭਾ ਦੇ ਸਪੀਕਰ। ਠੀਕ ਹੈ ਜੀ। ਤੇ ਜੇ ਰਾਮਨਾਥ ਕੋਵਿੰਦ ਤੁਹਾਨੂੰ ਪਤਾ ਹੀ ਹੈ ਪ੍ਰੈਜ਼ੀਡੈਂਟ ਨੇ ਆਪਣੇ। ਧਰਮਿੰਦਰ ਪ੍ਰਧਾਨ ਕੌਣ ਨੇ? ਇਹਦੇ ਵੀ ਯਾਦ ਰੱਖਣਾ ਰਾਜੇ, ਧਰਮਿੰਦਰ ਪ੍ਰਧਾਨ ਕੌਣ ਨੇ? ਐਜੂਕੇਸ਼ਨ ਮਿਨਿਸਟਰ। ਠੀਕ ਹੈ ਜੀ। ਸਾਰਾ ਕੁਝ ਯਾਦ ਰੱਖਣਾ ਤੁਸੀਂ, ਐਜੂਕੇਸ਼ਨ ਮਿਨਿਸਟਰ। ਤੇ ਨਾਰਾਇਣ ਰਾਣੇ ਕੌਣ ਨੇ? ਨਾਰਾਇਣ ਰਾਣੇ ਰਾਜੇ ਮਿਨਿਸਟਰ ਨੇ ਆਪਣੇ ਮਾਈਕਰੋ ਸਮਾਲ ਸਕੇਲ ਜਿਹੜੀਆਂ ਇੰਡਸਟਰੀਜ਼ ਹੁੰਦੀਆਂ ਨੇ, ਮਾਈਕਰੋ ਸਮਾਲ ਸਕੇਲ ਜਾਂ ਮੀਡੀਅਮ ਸਕੇਲ ਇੰਟਰਪ੍ਰਾਈਜ਼ ਜਿਹੜੀਆਂ ਹੁੰਦੀਆਂ ਨੇ ਰਾਜੇ, ਉਹਦੇ ਮਿਨਿਸਟਰ ਨੇ। ਠੀਕ ਹੈ ਜੀ, ਮੈਂ ਲਿਖਤਾ।
ਤੇ ਓਮ ਬਿਰਲਾ ਜੀ ਨੇ ਲਾਂਚ ਕੀਤੀ ਰਾਜੇ ਕਲਮ ਵੈਬਸਾਈਟ। ਕੌਣ ਨੇ ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ, ਕਹਿੰਦੇ ਇਹਨਾਂ ਨੇ ਲਾਂਚ ਕੀਤੀ ਹੈ। ਕਹਿੰਦਾ ਜੀ ਲਿਟਰੇਚਰ ਨੂੰ ਕਹਿੰਦਾ ਇਨੀਸ਼ੀਏਟਿਵ ਮਤਲਬ ਉਹਨੂੰ ਵਧਾਉਣ ਵਾਸਤੇ, ਅੱਗੇ ਉਹਨੂੰ ਉਤਸ਼ਾਹਿਤ ਕਰਨ ਵਾਸਤੇ ਕਲਮ ਵੈਬਸਾਈਟ ਲਾਂਚ ਕੀਤੀ ਹੈ ਜੀ ਇਹਨਾਂ ਨੇ। ਤਾਂ ਕਿਹਦੀ ਹੈਲਪ ਦੇ ਨਾਲ ਕੀਤੀ ਹੈ ਰਾਜੇ? ਇੱਕ ਫਾਊਂਡੇਸ਼ਨ ਹੈ ਪ੍ਰਭ ਖਿਤਾਨ ਫਾਊਂਡੇਸ਼ਨ, ਇਹ ਪੁੱਛਿਆ ਜਾ ਸਕਦਾ। PKF ਪ੍ਰਭ ਖਿਤਾਨ ਫਾਊਂਡੇਸ਼ਨ, ਠੀਕ ਹੈ ਜੀ। ਇਹਦਾ ਏਮ ਕੀ ਹੈ? ਹਿੰਦੀ ਲਿਟਰੇਚਰ ਨੂੰ ਅੱਗੇ ਵਧਾਉਣ ਵਾਸਤੇ, ਉਹਨਾਂ ਦੇ ਪੋਇਟ ਜਿਹੜੇ ਹੋ ਗਏ, ਆਥਰ ਹੋ ਗਏ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿ ਵੱਧ ਤੋਂ ਵੱਧ ਤੁਸੀਂ ਕੀ ਲਿਖੋ, ਲਿਟਰੇਚਰ ਲਿਖੋ। ਤਾਂ ਇਹ ਹੈਗੇ ਨੇ ਜੀ ਓਮ ਬਿਰਲਾ ਜੀ, ਤੁਹਾਨੂੰ ਸਾਰਿਆਂ ਨੂੰ ਪਤਾ, ਸ਼ਕਲ ਦੇਖ ਲਿਓ ਭਾਈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਰੀਸੈਂਟਲੀ ਹੂ ਹੈਜ਼ ਬਿਕਮ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਸ਼੍ਰੀਲੰਕਾ। ਸ਼੍ਰੀਲੰਕਾ ਨਿਊਜ਼ 'ਚ ਸੀਗਾ ਕਿਉਂਕਿ ਉੱਥੇ ਕੀ ਆ ਗਈ, ਇਕਨੋਮਿਕਲੀ ਕ੍ਰਾਈਸਿਸ ਆ ਗਏ ਨੇ ਰਾਜੇ, ਤੇ ਉੱਥੋਂ ਦੇ ਜਿਹੜੇ ਪੁਰਾਣੇ ਪ੍ਰਧਾਨ ਮੰਤਰੀ ਉਹਨਾਂ ਨੂੰ ਬਦਲ ਦਿੱਤਾ ਗਿਆ ਪ੍ਰੈਜ਼ੀਡੈਂਟ ਵੱਲੋਂ, ਰਾਸ਼ਟਰਪਤੀ ਵੱਲੋਂ, ਕਿਉਂਕਿ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਕੌਣ ਸੀਗੇ? ਰਾਸ਼ਟਰਪਤੀ ਦਾ ਭਰਾ ਹੀ ਸੀਗਾ। ਬਟ ਉਹਨਾਂ ਨੇ ਇੱਕ ਨਵਾਂ ਪ੍ਰਧਾਨ ਮੰਤਰੀ ਲੈ ਕੇ ਆਏ ਨੇ, ਜਿਹੜੇ ਕਿ ਕਾਫੀ ਐਕਸਪੀਰੀਅੰਸ ਆ ਬੰਦੇ ਨੂੰ, ਕਾਫੀ ਵਾਰੀ ਉਹਨਾਂ ਨੇ ਕੀ ਆ ਉੱਥੋਂ ਦੀ ਇਕਨੋਮੀ ਨੂੰ ਸੰਭਾਲਿਆ। ਤਾਂ ਉਹ ਬੰਦਾ ਕੌਣ ਹੈ ਜੀ ਜਿਹੜੇ ਨਵਾਂ ਲੈ ਕੇ ਆਏ ਨੇ? ਉਹ ਹੈਗਾ ਜੀ ਰਣਿਲ ਵਿਕਰਮਸਿੰਘੇ। ਰਾਨਿਲ ਵਿਕਰਮ ਸਿੰਘੇ ਨਵੇਂ ਬਣੇ ਆ ਜੀ ਪ੍ਰਧਾਨ ਮੰਤਰੀ ਆਫ ਸ਼੍ਰੀਲੰਕਾ। ਤਾਂ ਸ਼੍ਰੀਲੰਕਾ ਦੇ ਜਿਹੜੇ ਆ ਬਣ ਗਿਆ ਜੀ ਵਿਕਰਮ ਰਾਣੇ ਸਿੰਘੇ, ਠੀਕ ਹੈ ਜੀ, ਇਹ ਸ਼੍ਰੀਲੰਕਾ ਦੇ ਬਣੇ ਨੇ। ਇਹ ਮਤਲਬ ਕਿ ਪੁਰਾਣਾ ਬੰਦਾ ਹੈ ਉੱਥੋਂ ਦਾ। ਉੱਥੋਂ ਦੀ ਇੱਕ ਪਾਰਟੀ ਹੈ ਯੂਨਾਈਟਿਡ ਨੈਸ਼ਨਲ ਪਾਰਟੀ, ਉੱਥੋਂ ਦੇ ਇਹ ਕੀ ਇਹਨੇ ਕਾਫੀ ਸਰਗਰਮ ਨੇਤਾ ਨੇ। ਤੇ ਇਹ ਪਾਰਟੀ ਜਿਹੜੀ ਬਣੀ ਸੀ 1994 ਤੋਂ, ਇਹਦੇ ਨਾਲ ਨੇ ਯੂਨਾਈਟਿਡ ਨੈਸ਼ਨਲ ਪਾਰਟੀ ਦੇ, ਠੀਕ ਹੈ ਜੀ। ਤਾਂ ਇਹ ਆ ਗਏ ਨੇ। ਤੇ ਰਾਜਧਾਨੀ ਕਿਹੜੀ ਹੈ? ਜੇ ਰਾਜਧਾਨੀ ਦੀ ਗੱਲ ਕਰੀਏ ਸ਼੍ਰੀਲੰਕਾ ਦੀ ਰਾਜੇ ਹੈਗੀ ਹੈ ਜੈਵਰਧਨਪੁਰੇ। ਜੈਵਰਧਨਪੁਰੇ ਤੇ ਕੋਲੰਬੋ ਦੋਨੇ ਜੋ ਰਾਜਧਾਨੀਆਂ ਹੈ, ਠੀਕ ਹੈ, ਆਪਣੀਆਂ ਇਹਦੀਆਂ ਸ਼੍ਰੀਲੰਕਾ ਦੀਆਂ। ਜੇ ਪ੍ਰੈਜ਼ੀਡੈਂਟ ਦੀ ਗੱਲ ਕਰਾਂ ਮੈਂ, ਗੋਟਾਬਾਏ ਰਾਜਪਕਾ, ਗੋਟਾਬਾਏ ਰਾਜਾਪਕਸ਼ਾ, ਠੀਕ ਹੈ ਜੀ, ਇਹ ਹੈਗਾ ਜੀ ਉੱਥੋਂ ਦਾ ਪ੍ਰੈਜ਼ੀਡੈਂਟ ਬੰਦਾ। ਤੇ ਇਹਦਾ ਭਰਾ ਹੀ ਸੀਗਾ ਪਹਿਲਾਂ ਪ੍ਰਧਾਨ ਮੰਤਰੀ, ਉਹਨਾਂ ਨੇ ਬਦਲ ਕੇ ਕਿਹਨੂੰ ਲੈ ਕੇ ਆਏ ਨੇ? ਆਹ ਬੰਦੇ ਨੂੰ ਲੈ ਕੇ ਆਏ ਨੇ, ਰਣਨੀਲ ਵਿਕਰਮ ਸਿੰਘੇ, ਠੀਕ ਹੈ। ਥੋੜੇ ਜਿਹੇ ਨਾਮ ਇਦਾਂ ਦੇ ਆ, ਤੁਸੀਂ ਯਾਦ ਕਰ ਲਿਓ। ਅੱਗੇ ਆ ਕਾਫੀ ਨਿਊਜ਼ ਬਹੁਤ ਮਤਲਬ ਕਿ ਹਾਈਲਾਈਟਡ ਹੋਈ ਸੀਗੀ ਪਿੱਛੇ ਜੇ 2 ਦਿਨ ਪਹਿਲਾਂ। ਕਹਿੰਦੇ ਜੀ ਜਿਹੜਾ ਰੀਸੈਂਟਲੀ ਕਹਿੰਦਾ ਜਿਹੜੇ ਹੈਗੇ ਨੇ ਖਲੀਫਾ ਬਿਨ ਜਾਇਦ ਅਲ ਨਾਹਯਾਨ, ਉਹਨਾਂ ਦਾ ਦੇਹਾਂਤ ਹੋ ਗਿਆ ਜੀ। ਕਿਹੜੀ ਕੰਟਰੀ ਦੇ ਸੀਗੇ ਇਹ ਪ੍ਰੈਜ਼ੀਡੈਂਟ? ਇਹ ਸੀਗੇ ਜੀ UAE। ਕਿਹਦੇ ਪ੍ਰੈਜ਼ੀਡੈਂਟ ਨੇ ਰਾਜੇ? UAE ਦੇ ਪ੍ਰੈਜ਼ੀਡੈਂਟ ਨੇ, ਯੂਨਾਈਟਿਡ ਅਰਬ, ਠੀਕ ਹੈ, ਯੂਨਾਈਟਿਡ ਅਰਬ ਐਮੀਰੇਟਸ, ਠੀਕ ਹੈ ਜੀ। ਤਾਂ ਇਹਨਾਂ ਦੀ ਰਾਜਧਾਨੀ ਕਿਹੜੀ ਆ? ਆਬੂ ਧਾਬੀ ਹੈ। ਤੇ ਸਭ ਤੋਂ ਵੱਡਾ ਸ਼ਹਿਰ ਕਿਹੜਾ ਉੱਥੋਂ ਦਾ? ਉੱਥੋਂ ਹੈਗਾ ਦੁਬਈ, ਜਿੱਥੇ ਆਪਣੇ ਸਾਰੇ ਪੰਜਾਬੀ ਜਾਂਦੇ ਸਭ ਤੋਂ ਵੱਧ। ਤੇ ਪ੍ਰਾਈਮ ਮਿਨਿਸਟਰ ਦੀ ਗੱਲ ਕਰੀਏ ਰਾਜੇ, ਇਹ ਪ੍ਰਾਈਮ ਮਿਨਿਸਟਰ ਨੇ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ। ਤੇ ਕਰੰਸੀ ਹੈਗੀ ਆ ਜੀ UAI ਦਰਹੇਮ, ਠੀਕ ਹੈ, ਦਰਹੇਮ, ਠੀਕ ਹੈ ਜੀ, ਇੱਥੋਂ ਦੀ ਕਰੰਸੀ ਹੈ। ਤਾਂ ਸਾਰਾ ਕੁਝ ਯਾਦ ਰੱਖ ਲਿਓ ਬੇਟੇ। ਆਹ ਬੰਦਾ ਕੀ ਹੈ, ਡੈਥ ਹੋਈ ਆ, ਇਹ ਹੈਗੇ ਨੇ ਪ੍ਰੈਜ਼ੀਡੈਂਟ, ਇਹਨਾਂ ਦੀ ਡੈਥ ਹੋ ਚੁੱਕੀ ਹੈ, UAE ਦੇ ਸੀਗੇ। ਅੱਗੇ ਗੱਲ ਕਰੀਏ ਜੀ, ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦਾ ਨਿਊ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਵੈਰੀ ਵੈਰੀ ਇੰਪੋਰਟੈਂਟ ਨਿਊਜ਼। ਤਾਂ ਜੀ ਨਵੇਂ ਜਿਹੜੇ ਬਣ ਚੁੱਕੇ ਨੇ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਨੇ ਜੀ? ਇਹ ਹੈਗੇ ਨੇ ਰਾਜੀਵ ਕੁਮਾਰ ਜੀ ਨੇ। ਤੇ 25th ਨੰਬਰ ਤੇ ਇਹ ਇਲੈਕਟ ਹੋਏ ਨੇ। ਇਸ ਤੋਂ ਪਹਿਲਾਂ ਕੌਣ ਸੀਗੇ? ਸੁਸ਼ੀਲ ਚੰਦਰਾ ਜੀ, ਇਹ ਹੈਗੇ ਨੇ ਫਾਰਮਰ। ਤੇ 24th ਨੰਬਰ ਤੇ ਸੀਗੇ ਸੁਸ਼ੀਲ ਚੰਦਰਾ ਜੀ। ਜੇ ਮੈਂ ਗੱਲ ਕਰਾਂ ਰਾਜੀ, ਸਭ ਤੋਂ ਫਸਟ ਆਪਣੇ ਦੇਸ਼ ਦੇ ਕਿਹੜੇ ਸੀਗੇ? ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਸੁਖੇਰ ਸਮਨ, ਸੁਕਮਰ ਸੇਨ, ਠੀਕ ਹੈ ਜੀ, ਸੁਖਮੇਰ ਸੇਨ ਸਭ ਤੋਂ ਪਹਿਲੇ ਸੀਗੇ ਇਲੈਕਸ਼ਨ ਕਮਿਸ਼ਨਰ ਚੀਫ ਆਪਣੇ ਦੇਸ਼ ਦੇ। ਤਾਂ ਆ ਬਣਿਆ ਜੀ ਰਾਜੀਵ ਜੀ, ਠੀਕ ਹੈ ਜੀ। ਕਹਿੰਦਾ ਰਾਜੀਵ ਕੁਮਾਰ ਅਜ਼ਿਊਮਡ ਚਾਰਜ ਐਜ਼ ਦਾ 25th ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਐਟ ਦਾ ਨਿਊ ਦਿੱਲੀ। ਹੀ ਵਿਲ ਅਜ਼ਿਊਮ ਦਾ ਚਾਰਜ ਔਨ ਦਾ 15 ਆਫਟਰ ਦਾ। ਕਹਿੰਦੇ ਜੀ ਸੁਸ਼ੀਲ ਚੰਦਰਾ ਜਦੋਂ ਆਫਿਸ ਛੱਡ ਜਾਣਗੇ ਤਾਂ ਇਹ ਬਣ ਜਾਣਗੇ। ਇਹ ਆਪਾਂ ਨੂੰ ਜਿਹੜਾ ਆਪਣਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਆਰਟੀਕਲ 324 ਪ੍ਰੈਜ਼ੀਡੈਂਟ ਨੂੰ ਕੀ ਦਿੰਦਾ? ਇਹ ਸੰਵਿਧਾ ਪ੍ਰਦਾਨ ਕਰਦਾ ਕਿ ਪ੍ਰੈਜ਼ੀਡੈਂਟ ਅਪਾਇੰਟ ਕਰ ਸਕਦਾ ਕਿਹਨੂੰ? ਚੀਫ ਇਲੈਕਸ਼ਨ ਕਮਿਸ਼ਨਰ ਨੂੰ। ਤਾਂ 2 ਕੁਐਸਚਨ ਪੁੱਛੇ ਜਾ ਸਕਦੇ ਆ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕੌਣ ਅਪਾਇੰਟ ਕਰਦਾ? ਪ੍ਰੈਜ਼ੀਡੈਂਟ ਕਰਦਾ। ਕਿਹੜੇ ਆਰਟੀਕਲ ਦੇ ਵਿੱਚ ਕਰਦਾ? 324 ਦੇ ਵਿੱਚ ਕਰਦਾ। ਤੇ ਕਿਹੜੇ ਬਣੇ ਨੇ? ਰਾਜੀਵ ਕੁਮਾਰ ਜੀ ਬਣੇ ਨੇ। ਕਿੰਨਵੇਂ ਬਣੇ ਨੇ? 25th ਬਣੇ ਨੇ। ਫਾਰਮਰ ਕਿਹੜੇ ਨੇ? ਸੁਸ਼ੀਲ ਚੰਦਰਾ ਜੀ। ਤੇ ਪਹਿਲੇ ਕਿਹੜੇ ਨੇ? ਸੁਕੁਮਾਰ ਸੇਨ, ਠੀਕ ਹੈ ਜੀ। ਦੇਖੋ ਕਿੰਨੇ ਕੁਐਸਚਨ ਇੱਕੋ ਦੇ ਕੁਐਸਚਨ ਦੇ ਵਿੱਚ ਨਿਕਲ ਕੇ ਆ ਸਕਦੇ ਆ। ਅੱਗੇ ਗੱਲ ਕਰਦੇ ਆ ਜੀ, ਕੈਟਲਿਨ ਨੋਵਾਕਾਸ ਕਿਸ ਦੇਸ਼ ਦੀ ਪਹਿਲੀ ਰਾਸ਼ਟਰਪਤੀ ਚੁਣੀ ਗਈ ਹੈ? ਠੀਕ ਹੈ ਜੀ, ਕੈਟਲਿਨ ਨੋਵਾਕਾਸ ਕਿਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ? ਦੇਖੋ ਜਦੋਂ ਪਹਿਲੀ ਬਣ ਜਾਂਦੀ ਹੈ ਰਾਜੇ ਤਾਂ ਇਹ ਹੈਗੀ ਆ ਜੀ ਹੰਗਰੀ ਦੀ। ਤਾਂ ਹੰਗਰੀ ਕੰਟਰੀ ਦੇ ਚੁਣੇ ਗਏ ਰਾਜੇ, ਇਹ ਹੈਗੀ ਆ ਲੇਡੀ, ਠੀਕ ਹੈ ਜੀ। ਤੇ ਉੱਥੋਂ ਦੀ ਰਾਜਧਾਨੀ ਕਿਹੜੀ ਆ? ਬੁੱਢਾਪੇਸਟ ਕੀ ਹੈ ਰਾਜਧਾਨੀ ਆ ਹੰਗਰੀ ਦੀ। ਤਾਂ ਕਹਿੰਦੇ ਜੀ ਹੰਗਰੀ ਦੇ ਸੰਸਦ ਦੇ ਪ੍ਰਧਾਨ ਮੰਤਰੀ ਵਿਕਟਰ ਅਰਬਨ ਦੀ ਕਰੀਬੀ ਸਹਿਯੋਗੀ ਕੈਟਾਲਿਨ ਨੋਵਾਕ ਨੂੰ ਯੂਰਪੀ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ ਹੈ। ਯੂਰਪੀ ਸੰਘ ਹੰਗਰੀ ਨੂੰ ਕਹਿੰਦੇ ਆ। ਨੈਕਸਟ ਮੂਵ ਕਰਦੇ ਹਾਂ ਜੀ ਆਪਾਂ। ਅੱਜ 15 ਕਰਾਉਂਗਾ ਤੁਹਾਨੂੰ ਮੈਂ, ਕਿਉਂਕਿ 2 ਦਿਨ ਦੇ ਨੇ।
कहता जी विच कंट्री हैज बीन इलैक्टेड एज द न्यू चेयर ऑफ द एसोसीएशन ऑफ एशियन इलैक्शन अथॉरिटीज। ठीक है 2022 ਤੇ 24 ਤਾਂ ਕਿਹੜੀ ਕੰਟਰੀ ਨੂੰ ਬਈ ਐਸੋਸੀਏਸ਼ਨ ਆਫ ਏਸ਼ੀਅਨ ਇਲੈਕਸ਼ਨ ਅਥਾਰਟੀਜ਼ ਦਾ ਨਵਾਂ ਚੇਅਰ ਚੁਣਿਆ ਗਿਆ, ਤਾਂ ਉਹ ਚੁਣਿਆ ਗਿਆ ਜੀ ਆਪਣੇ ਭਾਰਤ ਨੂੰ, ਇੰਡੀਆ ਨੂੰ। ਇਸ ਕਰਕੇ ਕੀ ਬਣ ਜੂਗੀ, ਇੱਕ ਫੇਮਸ ਨਿਊਜ਼ ਬਣ ਜੂਗੀ। ਕਹਿੰਦਾ ਜੀ ਨਿਊ ਮੈਂਬਰ ਆਫ ਦਾ ਐਗਜ਼ੀਕਿਊਟਿਵ ਬੋਰਡ ਨਾਓ ਕਿਹੜੇ ਕਿਹੜੇ ਨੇ, ਰਸ਼ੀਆ, ਉਜ਼ਬੇਕਿਸਤਾਨ, ਸ਼੍ਰੀਲੰਕਾ, ਮਾਲਦੀਵਸ, ਤਾਈਵਾਨ, ਫਿਲੀਪੀਨਸ। ਠੀਕ ਹੈ ਜੀ। ਤਾਂ ਇਹਦੇ ਵਿੱਚ ਇੰਡੀਆ ਦੇ ਜਿਹੜੇ 3 ਮੈਂਬਰ ਗਏ ਸੀ ਰਾਜੇ, ਡੈਲੀਗੇਟਸ ਗਏ ਸੀ, ਜਿਹੜੇ ਇਹਦੇ ਵਿੱਚ ਕੌਣ ਸੀਗੇ, ਡਿਪਟੀ ਇਲੈਕਸ਼ਨ ਕਮਿਸ਼ਨਰ ਸ਼੍ਰੀ ਨਤੀਸ਼, ਅਲੋਂਗ ਵਿਦ ਦਾ ਚੀਫ ਇਲੈਕਸ਼ਨ ਕਮਿਸ਼ਨਰ ਮਣੀਪੁਰ ਦੇ ਹੈਗੇ ਰਾਜੇਸ਼ ਅਗਰਵਾਲ, ਚੀਫ ਇਲੈਕਸ਼ਨ ਕਮਿਸ਼ਨਰ ਰਾਜਸਥਾਨ ਦੇ ਸ਼੍ਰੀ ਪ੍ਰਵੀਨ ਗੁਪਤਾ। ਇਹਨਾਂ ਨੇ ਅਟੈਂਡ ਕੀਤੀ ਹੈ ਮੀਟਿੰਗ, ਤੇ ਇਹਨਾਂ ਦੇ ਨਾਮ ਜ਼ਰੂਰੀ ਆ, ਪੜ੍ਹਨੇ ਪੜ੍ਹ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਡੇ हैव observed as a international day of the plant health। ठीक है, ਅੰਤਰਰਾਸ਼ਟਰੀ ਪੌਦਾ ਸਿਹਤ ਦਿਵਸ ਕਦੋਂ ਮਨਾਉਂਦੇ ਆ ਆਪਾਂ। ਠੀਕ ਹੈ ਜੀ, ਇਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਵੀ ਟੈਂਪਰੇਚਰ ਬਹੁਤ ਵੱਧ ਰਿਹਾ ਹੈ, ਤਾਂ ਇਸ ਕਰਕੇ ਇਹਦੇ ਬਾਰੇ ਪੁੱਛਿਆ ਜਾ ਸਕਦਾ ਹੈ। 12 ਮਈ ਨੂੰ ਮਨਾਉਂਦੇ ਆ ਰਾਜੇ ਇਹ ਪਲਾਂਟ ਹੈਲਥ ਇੰਟਰਨੈਸ਼ਨਲ ਡੇ। ਠੀਕ ਹੈ ਜੀ, 12 ਮਈ ਨੂੰ। ਤਾਂ ਅੱਗੇ ਮੂਵ ਕਰਦੇ ਹਾਂ ਆਪਾਂ। ਇਹਦੇ ਵਿੱਚ ਹੈ ਕੀ ਆ, ਕਹਿੰਦਾ ਯੂਨਾਈਟਿਡ ਨੇਸ਼ਨ ਨੇ ਇਹ ਕੀਤਾ ਸੀ, ਠੀਕ ਹੈ, ਡੇ ਆਬਜ਼ਰਵ ਕੀਤਾ ਸੀ 12 ਮਈ ਨੂੰ। ਕਾਹਦੇ ਵਾਸਤੇ ਕਿ ਗਲੋਬਲ ਅਵੇਅਰਨੈਸ, ਕਾਹਦੇ ਵਾਸਤੇ, ਆਪਣੇ ਜਿਹੜੀ ਆਪਾਂ ਪ੍ਰੋਟੈਕਟ ਪਲਾਂਟ ਹੈਲਥ, ਕਹਿੰਦਾ ਹੈਲਪ ਅਸ ਹੰਗਰ, ਰਿਡਿਊਸ ਪਾਵਰਟੀ। ਠੀਕ ਹੈ, ਆਪਣੇ ਮਤਲਬ ਕਿ ਭਾਈਚਾਰੇ ਵਾਸਤੇ, ਆਪਣੇ ਵੈਲਫੇਅਰ ਵਾਸਤੇ, ਸਮਾਜ ਦੇ ਵੈਲਫੇਅਰ ਵਾਸਤੇ। ਤਾਂ ਕਹਿੰਦਾ ਜੀ ਯੂਨਾਈਟਿਡ ਨੇਸ਼ਨ ਨੇ ਡਿਕਲੇਅਰ ਕੀਤਾ 2020 ਨੂੰ, ਜਿਹੜਾ 2020 ਆ, ਐਜ਼ ਏ ਇੰਟਰਨੈਸ਼ਨਲ ਈਅਰ ਆਫ ਦਾ ਪਲਾਂਟ ਹੈਲਥ। ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਬਣ ਜੂਗੀ ਕਿ ਕਿਹੜੇ ਈਅਰ ਨੂੰ ਯੂਐਨ ਨੇ ਕੀ ਡਿਕਲੇਅਰ ਕੀਤਾ ਐਜ਼ ਏ ਇੰਟਰਨੈਸ਼ਨਲ ਡੇ ਈਅਰ ਆਫ ਦਾ ਪਲਾਂਟ ਹੈਲਥ, ਤੇ 2020 ਨੂੰ ਕੀਤਾ। ਠੀਕ ਹੈ, ਇਹ ਯਾਦ ਰੱਖ ਲਿਓ। ਅੱਗੇ ਹੈਗਾ ਜੀ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਦਾ ਨਿਊ ਸੈਕਟਰੀ ਆਫ ਦਾ ਮਿਨਿਸਟਰੀ ਆਫ ਦਾ ਇਲੈਕਟ੍ਰੋਨਿਕਸ। ਤਾਂ ਇਲੈਕਟ੍ਰੋਨਿਕ ਮਿਨਿਸਟਰੀ ਦਾ ਨਵਾਂ ਸੈਕਟਰੀ ਕੌਣ ਹੈ ਰਾਜੇ, ਤਾਂ ਇਹ ਹੈਗਾ ਜੀ ਅਖਿਲੇਸ਼ ਕੇ ਸ਼ਰਮਾ। ਠੀਕ ਹੈ ਜੀ, ਅਖਿਲੇਸ਼ ਕੇ ਸ਼ਰਮਾ ਜੀ ਬਣੇ ਨੇ ਨਵੇਂ ਸੈਕਟਰੀ। ਤਾਂ ਇਹ ਹੈਗੇ ਨੇ, ਠੀਕ ਹੈ ਜੀ, ਅਖਿਲੇਸ਼ ਕੁਮਾਰ, ਇਹ ਹੈਗੇ ਨੇ ਸੀਨੀਅਰ ਆਈਏ ਅਫਸਰ ਨੇ। ਠੀਕ ਹੈ ਜੀ, ਤਾਂ ਇਹਨਾਂ ਨੂੰ ਬਣਾਇਆ ਗਿਆ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦਾ। ਤਾਂ ਇਹਦੇ ਵਿੱਚ ਆਪਾਂ ਨੂੰ ਯਾਦ ਰੱਖਣ ਵਾਲੀ ਗੱਲ ਹੋਰ ਕੀ ਹੈ, ਕਹਿੰਦੇ ਜੀ ਮਿਨਿਸਟਰੀ ਕਿਹਦੇ ਕੋਲ ਹੈ, ਮਿਨਿਸਟਰੀ ਆਫ ਰੇਲਵੇ, ਕਮਿਊਨੀਕੇਸ਼ਨ, ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਕਿਹਦੇ ਕੋਲ ਹੈ, ਸ਼੍ਰੀ ਅਸ਼ਵਨੀ ਵਿਸ਼ਵਾਨ। ਠੀਕ ਹੈ ਜੀ, ਅਸ਼ਵਨੀ ਵੈਸ਼ਨਵ ਕੋਲੇ ਹੈ ਜੀ ਇਹ ਮਿਨਿਸਟਰੀ। ਤਾਂ ਯਾਦ ਰੱਖ ਲਿਓ, ਸਾਰਾ ਕੁਝ ਪੁੱਛਿਆ ਜਾ ਸਕਦਾ ਹੈ। 14 ਨੰਬਰ ਕੁਐਸਚਨ ਹੈ ਜੀ ਅੱਜ ਦਾ, ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਫ੍ਰੀ ਬ੍ਰੇਕਫਾਸਟ ਸਕੀਮ ਫॉर ਦਾ ਗਵਰਨਮੈਂਟ ਸਕੂਲ ਚਿਲਡਰਨ। ਤਾਂ ਕਿਹੜੀ ਸਰਕਾਰ ਨੇ ਭਾਈ, ਸਰਕਾਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮੁਫਤ ਨਾਸ਼ਤਾ। ਠੀਕ ਹੈ, ਤਾਂ ਪਹਿਲਾਂ ਮਿਡ ਡੇ ਮੀਲ ਦੇ ਵਿੱਚ ਸਿਰਫ ਲੰਚ ਦਿੰਦੇ ਸੀ, ਪਰ ਇਹ ਬ੍ਰੇਕਫਾਸਟ ਵੀ ਦੇਣਾ ਸ਼ੁਰੂ ਕੀਤਾ। ਤਾਂ ਕਿਹੜੀ ਹੈ ਸਰਕਾਰ, ਪੰਜਾਬ, ਹਰਿਆਣਾ, ਤਾਮਿਲਨਾਡੂ ਜਾਂ ਫਿਰ ਝਾਰਖੰਡ। ਤਾਂ ਕਿਹੜੀ ਬਣਦੀ ਹੈ ਜੀ, ਇਹ ਹੈਗੀ ਹੈ ਤਾਮਿਲਨਾਡੂ ਸਰਕਾਰ ਨੇ। ਠੀਕ ਹੈ ਜੀ, ਤਾਂ ਤਾਮਿਲਨਾਡੂ ਸਰਕਾਰ ਦੇ ਜਿਹੜੇ ਇੱਥੋਂ ਦੇ ਹੈਗੇ ਆਪਣੇ ਚੀਫ ਮਿਨਿਸਟਰ ਕੇ ਸਟਾਲਿਨ। ਠੀਕ ਹੈ ਜੀ, ਉਹਨਾਂ ਨੇ ਅਨਾਉਂਸ ਕਰਤਾ ਹੈ ਕਿ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਬ੍ਰੇਕਫਾਸਟ। ਤੇ ਫਸਟ ਸਟੇਟ ਬਣ ਗਈ ਜਿਹਨੇ ਨੇ ਆਫਰ ਕੀਤਾ। ਦੇਖੋ ਫਸਟ ਸਟੇਟ ਜਦੋਂ ਬਣ ਗਈ ਹੈ ਤਾਂ ਇੰਪੋਰਟੈਂਟ ਰਹੂਗੀ। ਤਾਂ ਕੈਪੀਟਲ ਕਿਹੜੀ ਹੈ, ਤਾਮਿਲਨਾਡੂ ਦੀ ਚੇਨਈ। ਠੀਕ ਹੈ ਜੀ, ਮੁੱਖ ਮੰਤਰੀ ਕੌਣ ਨੇ, ਕੇ ਸਟਾਲਿਨ। ਠੀਕ ਹੈ ਜੀ, ਯਾਦ ਰੱਖ ਲਿਓ। ਤਾਂ ਲਾਸਟ ਕਰੰਟ ਅਫੇਅਰ ਬਟ ਨਾਟ ਲੀਸਟ, ਇੰਡੀਆ ਮੈਨਸ ਟੀਮ ਕ੍ਰੀਏਟਡ ਹਿਸਟਰੀ ਸਿਕਿਉਰਿੰਗ ਦਾ ਫਸਟ ਐਵਰ ਕਹਿੰਦਾ ਮੈਡਲ ਇਨ ਦਾ ਥਾਮਸ ਕੱਪ। ਤਾਂ ਥਾਮਸ ਕੱਪ ਦੇ ਵਿੱਚ ਇੰਡੀਆ ਨੇ ਜਿੱਤ ਲਿਆ ਜੀ ਪਹਿਲੀ ਵਾਰੀ। ਤਾਂ ਪਹਿਲੀ ਵਾਰ ਜਿੱਤਿਆ, ਤਾਂ ਇਸ ਕਰਕੇ ਬਹੁਤ ਇੰਪੋਰਟੈਂਟ ਹੈ। ਤੇ ਥਾਮਸ ਕੱਪ ਕਿਹਦੇ ਗੇਮ ਨਾਲ ਐਸੋਸੀਏਟਿਡ ਹੈ, ਤੁਸੀਂ ਦੱਸਣਾ, ਬੈਡਮਿੰਟਨ, ਫੁੱਟਬਾਲ, ਹਾਕੀ ਜਾਂ ਕ੍ਰਿਕਟ। ਤਾਂ ਇਹ ਹੈਗਾ ਜੀ ਬੈਡਮਿੰਟਨ ਦੇ ਨਾਲ। ਠੀਕ ਹੈ ਜੀ, ਥਾਮਸ ਕੱਪ। ਤਾਂ ਕਹਿੰਦਾ ਭਾਰਤ ਨੇ ਹਰਾਇਆ ਕਿਹਨੇ ਰਾਜੀ, ਇੰਡੋਨੇਸ਼ੀਆ ਨੂੰ ਹਰਾਇਆ ਹੈ। ਤਾਂ ਇੰਡੋਨੇਸ਼ੀਆ ਨੂੰ ਕਿਉਂ ਹਰਾਉਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਇੰਡੋਨੇਸ਼ੀਆ 14 ਵਾਰੀ ਚੈਂਪੀਅਨ ਰਿਹਾ ਤੇ ਭਾਰਤ ਪਹਿਲੀ ਵਾਰੀ ਬਣਿਆ। ਤਾਂ ਬਹੁਤ ਵੱਡੀ ਗੱਲ ਹੈ, 3-0 ਦੇ ਫਰਕ ਨਾਲ ਹਰਾਇਆ ਤੇ ਇੰਡੀਆ ਨੇ ਜਿੱਤ ਲਈ ਟਰੋਫੀ। ਇਹ ਟਰੋਫੀ ਕਿਹੜੀ ਹੈ ਜੀ, ਥਾਮਸ ਕੱਪ। ਤੇ ਥਾਮਸ ਕੱਪ ਨੂੰ ਕੀ ਕਹਿੰਦੇ ਰਾਜੇ, ਇਹਦਾ ਦੂਜਾ ਨਾਮ ਕੀ ਆ, ਵਰਲਡਸ ਮੈਨਸ ਟੀਮ ਚੈਂਪੀਅਨਸ਼ਿਪ। ਠੀਕ ਹੈ ਜੀ, ਤਾਂ ਇਹ ਹੈਗਾ ਜੀ ਤੁਹਾਡਾ ਇਹ ਜਿਹੜਾ ਕੱਪ ਹੈਗਾ ਰਾਜੇ, ਇਹ ਕੌਣ ਕਰਵਾਉਂਦਾ, ਬੈਡਮਿੰਟਨ ਵਰਲਡ ਫੈਡਰੇਸ਼ਨ BWF। ਠੀਕ ਹੈ ਜੀ, ਇਹ ਕਰਾਉਂਦੀ ਹੈ ਬੋਡੀ। ਤਾਂ ਯਾਦ ਰੱਖ ਲਿਓ, ਸਾਰਾ ਕੁਝ ਜ਼ਰੂਰੀ ਹੈ। ਤੇ ਹੁਣ ਆਪਾਂ ਕਰਾਂਗੇ ਜੀ ਤੁਹਾਡੇ ਰਿਵੀਜ਼ਨ, ਆਪਣੇ ਦਿਮਾਗ ਚਲਾਇਓ। ਤੁਹਾਨੂੰ 5 ਕੁਐਸਚਨ ਪੁੱਛੇ ਜਾਣਗੇ, ਕਮੈਂਟ ਕਰਿਓ। ਤੇ ਕਿਵੇਂ ਦੀ ਲੱਗੀ ਅੱਜ ਦੀ ਕਲਾਸ ਇਹ ਵੀ ਕਮੈਂਟ ਕਰਕੇ ਜਾਇਓ ਰਾਜੇ, ਕਾਫੀ ਮਿਹਨਤ ਨਾਲ ਤਿਆਰ ਕੀਤੀ ਹੈ ਰਾਤ ਨੂੰ ਬੈਠ ਕੇ। ਤਾਂ ਪਲੀਜ਼ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਤਾਂ ਪਹਿਲਾ ਕੁਐਸਚਨ ਜੀ ਇਹ ਤੁਹਾਡੀ ਸਕਰੀਨ ਤੇ ਕਹਿੰਦਾ ਜੀ ਕਿਹੜਾ ਸੂਬਾ ਸਰਕਾਰ ਨੇ ਕਿਸਾਨਾਂ ਤੋਂ ਗੋਬਰ ਖਰੀਦੇਗੀ। ਠੀਕ ਹੈ, ਕਾਓ ਦਾ ਗੋਬਰ ਖਰੀਦੇਗੀ ਕਿਹੜੀ ਸੂਬਾ ਸਰਕਾਰ। ਤਾਂ ਰਾਈਟ ਆਂਸਰ ਕੀ ਬਣ ਗਿਆ ਜੀ ਇਹਦਾ, ਉੱਤਰ ਪ੍ਰਦੇਸ਼। ਠੀਕ ਹੈ, ਬਹੁਤ ਕੁਐਸਚਨ ਤੁਹਾਨੂੰ ਮੈਂ ਕਰਵਾਇਆ ਧਿਆਨ ਦੇ ਨਾਲ। ਅੱਛਾ ਤੁਸੀਂ ਮੈਨੂੰ ਕਮੈਂਟ ਕਰਿਓ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੌਣ ਨੇ। ਠੀਕ ਹੈ, ਕਮੈਂਟ ਕਰਿਓ। ਅੱਗੇ ਹੈਗਾ ਜੀ ਨੈਸ਼ਨਲ ਟੈਕਨੋਲੋਜੀ ਡੇ।
ਨੈਸ਼ਨਲ ਟੈਕਨੋਲੋਜੀ ਡੇ ਕਦੋਂ ਆਬਜ਼ਰਵ ਕੀਤਾ ਜਾਂਦਾ ਰਾਜੇ? ਇਹ ਕੀਤਾ ਜਾਂਦਾ ਜੀ 11 ਮਈ ਨੂੰ। ਤੁਹਾਨੂੰ ਮੈਂ ਦੱਸਿਆ ਸੀ, ਸਲੋਗਨ ਬਾਰੇ ਵੀ ਦੱਸਿਆ ਸੀਗਾ, ਤਾਂ ਸਭ ਦਾ ਸਹੀ ਸੀਗਾ। ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਤਾ ਸੀਗਾ, ਜੈ ਜਵਾਨ ਜੈ ਕਿਸਾਨ। ਉਸ ਤੋਂ ਬਾਅਦ ਜੈ ਵਿਗਿਆਨ ਅਟਲ ਬਿਹਾਰੀ ਵਾਜਪਾਈ ਨੇ, ਤੇ ਜੈ ਅਨੁਸੰਧਾਨ ਆਪਣੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਨਰਿੰਦਰ ਮੋਦੀ ਜੀ। ਕਹਿੰਦਾ ਜੀ ਵਿਚ ਕੰਟਰੀ ਹੈਜ਼ ਇਨੋਗ੍ਰੇਟਿਡ ਵਰਲਡਸ ਲੌਂਗੈਸਟ ਗਲਾਸ ਬੋਟਮ ਬ੍ਰਿਜ। ਤਾਂ ਕਿਹੜੀ ਕੰਟਰੀ ਹੈ ਜੀ? ਵੀਅਤਨਾਮ। ਵੀਅਤਨਾਮ ਨੇ ਕੀ ਕੀਤਾ? ਲਾਂਚ ਕੀਤਾ ਹੈ ਰਾਜੇ। ਕੈਪੀਟਲ ਕਿਹੜੀ ਹੈ ਵੀਅਤਨਾਮ ਦੀ? ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਂ ਤੁਹਾਨੂੰ ਕਰਾਈ ਹੋਈ ਹੈ, ਹਨੋਈ। ਠੀਕ ਹੈ, ਹਨੋਈ ਕੈਪੀਟਲ ਹੈ ਉੱਥੋਂ ਦੀ। ਕਹਿੰਦਾ ਜੀ ਵਿਚ ਸਟੇਟ ਗਵਰਨਮੈਂਟ ਜਾਂ ਯੂਟੀ ਹੈ ਵਿਲ ਪ੍ਰੋਵਾਈਡ ਦਾ ਫ੍ਰੀ ਸੀਵਰ ਕਨੈਕਸ਼ਨ। ਤਾਂ ਮੁੱਖ ਮੰਤਰੀ ਫ੍ਰੀ ਸੀਵਰ ਕਨੈਕਸ਼ਨ ਯੋਜਨਾ ਸ਼ੁਰੂ ਕੀਤੀ ਹੈ, ਕਿਹੜੀ ਸਰਕਾਰ ਨੇ ਕੀਤੀ ਹੈ, ਕਿਹੜੀ ਯੂਟੀ ਨੇ ਕੀਤੀ ਹੈ? ਤਾਂ ਦਿੱਲੀ ਯੂਟੀ ਨੇ ਕੀਤੀ ਹੈ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਤਾਂ ਲਾਸਟ ਕੁਐਸਚਨ ਹੈ ਜੀ, ਹੂ ਹੈਜ਼ ਬੀਨ ਟੇਕਨ ਓਥ ਐਜ਼ ਦ ਪ੍ਰੈਜ਼ੀਡੈਂਟ ਆਫ ਸਾਊਥ ਕੋਰੀਆ। ਤਾਂ ਸਾਊਥ ਕੋਰੀਆ ਦੇ ਕੌਣ ਪ੍ਰੈਜ਼ੀਡੈਂਟ ਬਣ ਗਏ ਆ? ਇਹ ਕੁਐਸਚਨ ਮੈਂ ਜਾਣ ਕੇ ਪਾਇਆ, ਟੇਢੇ ਮੇਢੇ ਨਾਮ ਆ ਜਿਹੜੇ ਯਾਦ ਕਰਨੇ ਬਹੁਤ ਔਖੇ ਆ। ਤਾਂ ਇਹ ਹੈਗਾ ਜੀ ਯੂਨ ਸੁਕ ਯੋਲ। ਠੀਕ ਹੈ ਜੀ, ਇਹ ਦਾ ਨਾਮ ਹੈ, ਤਾਂ ਯਾਦ ਕਰ ਲਿਓ। ਆਈ ਹੋਪ ਤੁਹਾਨੂੰ ਸਾਰਾ ਕੁਝ ਵਧੀਆ ਲੱਗਿਆ ਹੋਊਗਾ। ਤਾਂ ਪਲੀਜ਼ ਜਰੂਰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਬੈਲ ਆਈਕਨ ਨੱਪ ਲਿਆ ਕਰੋ, ਤੁਹਾਨੂੰ ਨਵੀਂ ਵੀਡੀਓ ਦੀ ਕੀ ਮਿਲਦੀ ਰਹਿੰਦੀ ਹੈ ਨੋਟੀਫਿਕੇਸ਼ਨ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।